ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਅੱਜ ਆਪਾਂ ਇਨਵਾਇਰਮੈਂਟ ਦੇ ਕੁਛ ਪ੍ਰੀਵੀਅਸ ਈਅਰ ਦੇ ਕੁਝ ਕੁਐਸਚਨ ਕਰਨ ਜਾ ਰਹੇ ਹਾਂ ਜੋ ਕਿ ਪੇਪਰ ਦੇ ਪੁਆਇੰਟ ਆਫ ਵਿਊ ਨਾਲ ਬਹੁਤ ਹੀ ਇੰਪੋਰਟੈਂਟ ਹਨ। ਇਹ ਪੋਰਸ਼ਨ ਕਰਨ ਨਾਲ ਆਪਾਂ ਨੂੰ ਪਤਾ ਚੱਲੇਗਾ ਕਿ ਇਨਵਾਇਰਮੈਂਟ ਦੇ ਪੋਰਸ਼ਨ ਦੇ ਵਿੱਚੋਂ ਕਿਹੜੇ ਜਿਹੇ ਕੁਐਸਚਨ ਪੁੱਛੇ ਜਾਂਦੇ ਹਨ ਔਰ ਇਸ ਨਾਲ ਕੀ ਹੈ ਆਪਾਂ ਨੂੰ ਇੱਕ ਇੱਕ ਟੌਪਿਕ ਦਾ ਪਤਾ ਚੱਲ ਜਾਏਗਾ, ਨਾਲੇ ਕਿਹੜੇ ਕਿਹੜੇ ਟੌਪਿਕ ਦੇ ਵਿੱਚ ਸਭ ਤੋਂ ਵੱਧ ਕੁਐਸਚਨ ਪੁੱਛੇ ਜਾਂਦੇ ਹਨ। ਚਲੋ ਜ਼ਿਆਦਾ ਗੱਲ ਨਾ ਕਰਦੇ ਹੋਏ ਤਾਂ ਆਪਾਂ ਕੁਐਸਚਨ ਨੂੰ ਪੜ੍ਹਦੇ ਹਾਂ ਔਰ ਵੀਡੀਓ ਨੂੰ ਸਟਾਰਟ ਕਰਦੇ ਹਨ। ਚਲੋ ਪਹਿਲਾ ਕੁਐਸਚਨ ਪੜ੍ਹਦੇ ਹਾਂ। ਵਾਤਾਵਰਨ ਪ੍ਰਤੀ ਸੰਵੇਦਨਸ਼ੀਲਤਾ ਪ੍ਰਦਾਨ ਕਰਨ ਲਈ ਤੁਸੀਂ ਆਪਣੇ ਵਿਦਿਆਰਥੀਆਂ ਨੂੰ ਸੈਰ ਸਪਾਟਾ ਲਈ ਕਿੱਥੇ ਲੈ ਕੇ ਜਾਓਗੇ? ਬੋਟਨੀਕਲ ਗਾਰਡਨ 'ਚ, ਤਾਜ ਮਹਿਲ 'ਚ, ਰੇਲਵੇ ਪਲੇਟਫਾਰਮ 'ਚ ਜਾਂ ਲਾਇਬ੍ਰੇਰੀ 'ਚ ਕਿੱਥੇ ਲੈ ਕੇ ਜਾਓਗੇ? ਤੁਸੀਂ ਉਹਨਾਂ ਨੂੰ ਜੇ ਅਗਰ ਇਨਵਾਇਰਮੈਂਟ ਬਾਰੇ ਬੱਚਿਆਂ ਨੂੰ ਕੁਛ ਵੀ ਜਾਂ ਦੱਸਣਾ ਹੈ ਜਾਂ ਤਾਂ ਫਿਰ ਉਹਨਾਂ ਨੂੰ ਇਨਵਾਇਰਮੈਂਟ ਦੇ ਵਿੱਚ ਹੀ ਲੈ ਕੇ ਜਾਵਾਂਗੇ, ਤਾਂ ਫਿਰ ਕਿੱਥੇ ਲੈ ਕੇ ਜਾਵਾਂਗੇ? ਬੋਟਨੀਕਲ ਗਾਰਡਨ ਦੇ ਵਿੱਚ, ਤਾਂ ਕਿ ਉਹ ਇਨਵਾਇਰਮੈਂਟ ਨਾਲ ਦੇਖ ਸਕਣ ਔਰ ਉਹਨੂੰ ਪਛਾਣ ਸਕਣ। ਚਲੋ ਅਗਲਾ ਕੁਐਸਚਨ ਪੜ੍ਹਦੇ ਹਾਂ। ਮੌਜੂਦਾ ਭਾਰਤ ਵਿੱਚ ਕੇਂਦਰੀ ਵਾਤਾਵਰਨ, ਜੰਗਲਾਤ ਅਤੇ ਮੌਸਮ ਤਬਦੀਲੀ ਬਾਰੇ ਮੰਤਰੀ ਕੌਣ ਹੈ? ਨਿਰਮਲਾ ਸੀਤਾਰਮਨ, ਪਿਊਸ਼ ਗੋਇਲ, ਐਸ ਜੈ ਸ਼ੰਕਰ ਜਾਂ ਪ੍ਰਕਾਸ਼ ਜਾਵੜੇਕਰ। ਤਾਂ ਇਹ ਪੇਪਰ 2018 ਦੇ ਵਿੱਚ ਹੋਇਆ ਸੀ, ਤਾਂ ਉਸ ਸਮੇਂ ਕੇਂਦਰੀ ਮੰਤਰੀ ਵਾਤਾਵਰਨ ਔਰ ਜੰਗਲਾਤ ਦੇ ਮੰਤਰੀ ਕੌਣ ਸੀ? ਪ੍ਰਕਾਸ਼ ਜਾਵੜੇਕਰ। ਪਰ ਹੁਣ 2021 ਦੇ ਵਿੱਚ ਕੌਣ ਹਨ? ਭੁਪਿੰਦਰ ਸਿੰਘ ਯਾਦਵ। ਤਾਂ ਕਿਹੜੇ ਹਨ? ਧਿਆਨ ਨਾਲ ਸੁਣਨਾ, ਭੁਪਿੰਦਰ ਸਿੰਘ ਯਾਦਵ। ਇਹਦਾ ਆਨਸਰ ਕੀ ਹੋਏਗਾ? ਭੁਪਿੰਦਰ ਸਿੰਘ ਯਾਦਵ। ਪਰ ਇਹ ਜਿਹੜਾ ਆਪਸ਼ਨ ਡੀ ਹੈ ਇਹ 2018 ਦੇ ਵਿੱਚ ਸੀ। ਕਿੰਨੇ 'ਚ ਸੀ? ਇਹ 2018 'ਚ ਸੀ, ਪਰ ਹੁਣ 2021 ਦੇ ਵਿੱਚ ਕੌਣ ਹੈ? ਭੁਪਿੰਦਰ ਸਿੰਘ ਯਾਦਵ। ਮੈਂ ਇੱਥੇ ਲਿਖ ਦਿੰਦੀ ਹਾਂ ਭੁਪਿੰਦਰ ਯਾਦਵ। ਠੀਕ ਹੈ, ਤਾਂ ਇਹ ਕੀ ਹੋ ਗਿਆ? ਇਹ ਤੁਹਾਨੂੰ ਪਤਾ ਚੱਲ ਜਾਏਗਾ। ਠੀਕ ਹੈ, ਚਲੋ ਅਗਲਾ ਕੁਐਸਚਨ ਪੜ੍ਹਦੇ ਹਾਂ। ਮੈਪ ਰੀਡਿੰਗ ਲਈ ਹੇਠ ਲਿਖਿਆਂ ਵਿੱਚੋਂ ਕਿਹੜਾ ਤੱਤ ਲਾਭਦਾਇਕ ਨਹੀਂ ਹੋ ਸਕਦਾ? ਦੇਖੋ ਹੁਣ ਇੱਥੇ ਨਹੀਂ ਸ਼ਬਦ ਫੇਰ ਆ ਗਿਆ ਨਾ, ਤਾਂ ਹੁਣ ਆਪਾਂ ਨੂੰ ਕੁਐਸਚਨ ਨੂੰ ਬਹੁਤ ਹੀ ਧਿਆਨ ਨਾਲ ਟਿਕ ਕਰਨਾ ਪਊਗਾ, ਜਿਸ ਨਾਲ ਕਿ ਨਹੀਂ ਸ਼ਬਦ ਦਾ ਆਪਾਂ ਨੂੰ ਪਤਾ ਚੱਲੇ। ਤਾਂ ਮੈਪਿੰਗ ਰੀਡਿੰਗ ਲਈ ਆਪਾਂ ਨੂੰ ਕਿਹੜੀ ਕਿਹੜੀ ਚੀਜ਼ਾਂ ਦੇ ਜ਼ਰੂਰੀ ਹੁੰਦੀਆਂ ਹਨ? ਦਿਸ਼ਾ ਦੀ ਵਰਤੋਂ, ਰੰਗ ਦੀ ਵਰਤੋਂ, ਪ੍ਰਤੀਕ ਦੀ ਵਰਤੋਂ ਕਰਨਾ ਜਾਂ ਵਿਆਕਰਨ ਦੀ ਵਰਤੋਂ ਕਰਨਾ। ਤਾਂ ਆਪਾਂ ਜਦੋਂ ਮੈਪ ਰੀਡਿੰਗ ਕਰਦੇ ਹਾਂ, ਮਤਲਬ ਕਿ ਜਦੋਂ ਆਪਾਂ ਨਕਸ਼ੇ ਨੂੰ ਦੇਖਦੇ ਹਾਂ ਤਾਂ ਉਹਦੇ ਵਿੱਚ ਰੰਗ ਵੀ ਹੁੰਦੇ ਹਨ, ਦਿਸ਼ਾ ਵੀ ਹੁੰਦੀ ਹੈ, ਪ੍ਰਤੀਕ ਵੀ ਹੁੰਦੇ ਆ, ਪਰ ਉਹਦੇ ਵਿੱਚ ਵਿਆਕਰਨ ਦੀ ਵਰਤੋਂ ਦਾ ਤਾਂ ਕੋਈ ਮਤਲਬ ਹੀ ਨਹੀਂ ਬਣਦਾ। ਤਾਂ ਇਸ ਲਈ ਇਹਦਾ ਆਨਸਰ ਕੀ ਹੋਏਗਾ? ਆਪਸ਼ਨ ਨੰਬਰ ਡੀ। ਚਲੋ ਆਪਾਂ ਅਗਲਾ ਕੁਐਸਚਨ ਪੜ੍ਹਦੇ ਹਾਂ। ਅਗਲਾ ਕੁਐਸਚਨ ਪੜ੍ਹਦੇ ਹਾਂ 124 ਨੰਬਰ ਕੁਐਸਚਨ ਨੰਬਰ 4। ਵਾਤਾਵਰਨ ਕੁਇਜ਼ ਦੇ ਆਯੋਜਨ ਲਈ ਕਿਸ ਕਿਸਮ ਦੇ ਪ੍ਰਸ਼ਨ ਪੁੱਛੇ ਜਾਣੇ ਚਾਹੀਦੇ ਨੇ? ਜਦੋਂ ਆਪਾਂ ਇਨਵਾਇਰਮੈਂਟ ਦੇ ਕੁਐਸਚਨ ਵਗੈਰਾ ਬੱਚਿਆਂ ਤੋਂ ਪੁੱਛਦੇ ਹਾਂ ਤਾਂ ਆਪਾਂ ਨੂੰ ਕਿਹੋ ਜਿਹੇ ਕੁਐਸਚਨ ਪੁੱਛਣੇ ਚਾਹੀਦੇ ਹਨ? ਪ੍ਰਸਤਾਵ ਰੂਪੀ ਪ੍ਰਸ਼ਨ, ਵਸਤੂਨਿਸ਼ਟ ਪ੍ਰਸ਼ਨ ਜਾਂ ਛੋਟੇ ਉੱਤਰ ਵਾਲੇ ਪ੍ਰਸ਼ਨ ਜਾਂ ਖੁੱਲ੍ਹੇ ਉੱਤਰਾਂ ਵਾਲੇ ਪ੍ਰਸ਼ਨ। ਤਾਂ ਆਪਾਂ ਨੂੰ ਬੱਚਿਆਂ ਤੋਂ ਕਿਹੋ ਜਿਹੇ ਪ੍ਰਸ਼ਨ ਪੁੱਛਣੇ ਚਾਹੀਦੇ ਹਨ? ਵਸਤੂਨਿਸ਼ਟ ਪ੍ਰਸ਼ਨ ਪੁੱਛਣੇ ਚਾਹੀਦੇ ਹਨ। ਕਿਉਂ? ਕਿਉਂਕਿ ਓਬਜੈਕਟਿਵ ਟਾਈਪ ਪ੍ਰਸ਼ਨ ਪੁੱਛਣ ਨਾਲ ਬੱਚਿਆਂ ਨੂੰ ਕੀ ਹੈ, ਇਨਵਾਇਰਮੈਂਟ ਬਾਰੇ ਬਹੁਤ ਜ਼ਿਆਦਾ ਜਾਣਕਾਰੀ ਹੁੰਦੀ ਹੈ। ਕੁਛ ਦਿਖਾਉਣ ਨਾਲ ਵੀ ਹੋ ਜਾਂਦਾ ਹੈ ਔਰ ਉਹਦੇ ਬਾਰੇ 'ਚ ਜੇ ਅਗਰ ਆਪਾਂ ਉਹਨਾਂ ਨੂੰ ਕੋਈ ਚੀਜ਼ ਰਿਐਲਿਟੀ 'ਚ ਦਿਖਾਉਂਦੇ ਹਾਂ ਔਰ ਉਹਦੇ ਉੱਪਰ ਆਪਾਂ ਓਬਜੈਕਟਿਵ ਕੁਐਸਚਨ ਪੁੱਛਦੇ ਹਨ ਤਾਂ ਬੱਚਿਆਂ ਨੂੰ ਉਹ ਹਮੇਸ਼ਾ ਲਈ ਯਾਦ ਰਹਿ ਜਾਂਦੇ ਹਨ। ਚਲੋ ਅੱਗੇ ਪੜ੍ਹਦੇ ਹਾਂ ਆਪਾਂ ਕੁਐਸਚਨ ਨੰਬਰ 5। ਹੇਠ ਲਿਖਿਆਂ ਵਿੱਚੋਂ ਕਿਹੜੀ ਇੱਕ ਵਾਤਾਵਰਨ ਸਿੱਖਿਆ ਵਿੱਚ ਫੀਲਡ ਟ੍ਰਿਪਸ ਦੀ ਉਪਯੋਗਤਾ ਨਹੀਂ ਹਨ? ਹੁਣ ਇੱਥੇ ਦੇਖੋ ਨਹੀਂ ਸ਼ਬਦ ਆ ਗਿਆ ਨਾ, ਤਾਂ ਤੁਹਾਡੇ ਕੰਨ ਫਿਰ ਖੜੇ ਹੋ ਜਾਣੇ ਚਾਹੀਦੇ ਵੀ ਹਾਂ ਹੁਣ ਉੱਤਰ ਨਹੀਂ ਦੇ ਵਿੱਚ ਦੇਣਾ ਹੈ। ਤਾਂ ਫਿਰ ਇਹਦਾ ਆਨਸਰ ਕੀ ਹੋ ਗਿਆ? ਪਹਿਲਾਂ ਆਪਾਂ ਪ੍ਰਸ਼ਨ ਪੜ੍ਹਦੇ ਹਾਂ ਫਿਰ ਦੇਵਾਂਗੇ ਇਹਦਾ ਆਨਸਰ। ਦੂਸਰਿਆਂ ਨਾਲ ਰਹਿਣ ਦੀ ਕਲਾ ਨੂੰ ਸਿੱਖਣਾ, ਰਾਜਨੀਤਿਕ ਮਹੱਤਵਪੂਰਨ ਵਾਲੀਆਂ ਸੰਸਥਾਵਾਂ ਨੂੰ ਜਾਣਨਾ, ਫੀਲਡ ਦੇ ਨਾਲ ਕਲਾ ਸਰੂਪ
ਕਲਾਸਰੂਮ ਦੀ ਹਦਾਇਤਾਂ ਨੂੰ ਏਕੀਕ੍ਰਿਤ ਕਰਨਾ, ਭਾਵਨਾਤਮਕ ਅਤੇ ਬੋਧੀ ਦ੍ਰਿਸ਼ਟੀਕੋਣ ਦਾ ਵਿਸਥਾਰ ਕਰਨਾ। ਤਾਂ ਤੁਹਾਡੇ ਮੁਤਾਬਿਕ ਇਹਦਾ ਆਨਸਰ ਕੀ ਹੋਣਾ ਚਾਹੀਦਾ ਹੈ? ਤਾਂ ਇਹਦਾ ਆਨਸਰ ਹੋਣਾ ਚਾਹੀਦਾ ਆਪਸ਼ਨ ਨੰਬਰ ਬੀ, ਰਾਜਨੀਤਿਕ ਮਹੱਤਵ ਵਾਲੀਆਂ ਸੰਸਥਾਵਾਂ ਨੂੰ ਜਾਣਨਾ। ਮਤਲਬ ਕਿ ਇਨਵਾਇਰਮੈਂਟ ਦੇ ਵਿੱਚ ਕੋਈ ਇਹੋ ਜਿਹੀ ਚੀਜ਼ ਨਹੀਂ ਹੁੰਦੀ ਕਿ ਆਪਾਂ ਕੋਈ ਪੋਲੀਟੀਸ਼ੀਅਨ ਨੂੰ ਜਾਣੀਏ, ਤਾਂ ਇਹਦੇ ਵਿੱਚ ਕੋਈ ਜ਼ਿਆਦਾ ਇਹ ਚੀਜ਼ਾਂ ਲੋੜ ਨਹੀਂ ਪੈਂਦੀਆਂ। ਚਲੋ ਅੱਗੇ ਪੜ੍ਹਦੇ ਹਾਂ ਆਪਾਂ ਕੁਐਸਚਨ ਨੰਬਰ ਅੱਗੇ। ਤੁਸੀਂ ਵਿਦਿਆਰਥੀਆਂ ਨੂੰ ਪਾਣੀ ਸ਼ੁੱਧ ਕਰਨ ਦੇ ਰਸਾਇਣਿਕ ਤਰੀਕਿਆਂ ਲਈ ਸਿਖਲਾਈ ਦੇਣਾ ਚਾਹੁੰਦੇ ਹੋ। ਹੇਠ ਲਿਖਿਆਂ ਵਿੱਚੋਂ ਕਿਹੜਾ ਸੁਝਾਅ ਤੁਹਾਡੇ ਦੁਆਰਾ ਨਹੀਂ ਦਿੱਤਾ ਜਾਵੇਗਾ? ਦੇਖੋ ਫਿਰ ਕੁਐਸਚਨ ਇੱਥੋਂ ਹੀ ਪਤਾ ਚੱਲਦਾ ਹੈ ਕਿ ਪੇਪਰ ਦੇ ਵਿੱਚ ਸਭ ਤੋਂ ਜ਼ਿਆਦਾ ਕੁਐਸਚਨ ਕਿਸ 'ਤੇ ਪੁੱਛੇ ਜਾਂਦੇ ਆ? ਨਹੀਂ 'ਤੇ ਪੁੱਛੇ ਜਾਂਦੇ ਹਨ। ਤਾਂ ਆਪਾਂ ਨੂੰ ਬਹੁਤ ਹੀ ਕੁਐਸਚਨ ਧਿਆਨ ਨਾਲ ਪੜ੍ਹਨੇ ਚਾਹੀਏ ਔਰ ਉਹਨਾਂ ਦੇ ਕੁਐਸਚਨ ਦੇ ਆਨਸਰ ਵੀ ਬਹੁਤ ਧਿਆਨ ਨਾਲ ਦੇਣੇ ਪੈਣਗੇ। ਚਲੋ ਇਹਦਾ ਆਪਸ਼ਨ ਪੜ੍ਹਦੇ ਹਾਂ। ਲਾਲ ਦਵਾਈ ਦੀ ਵਰਤੋਂ ਕਰਦੇ ਹਾਂ, ਪਾਣੀ ਨੂੰ ਉਬਾਲਣਾ, ਕਲੋਰੀਨ ਦੀ ਵਰਤੋਂ ਜਾਂ ਐਲੂਮੀਨੀਅਮ ਸਲਫੇਟ ਦੀ ਵਰਤੋਂ। ਤਾਂ ਇਹਦੇ ਵਿੱਚ ਕੀ ਕਰਾਂਗੇ ਆਪਾਂ? ਪਾਣੀ ਨੂੰ ਉਬਾਲਦੇ ਨਹੀਂ ਹੈ, ਤਾਂ ਇਹਦਾ ਆਨਸਰ ਕੀ ਹੋਏਗਾ? ਆਪਸ਼ਨ ਨੰਬਰ ਬੀ। ਅੱਗੇ ਪੜ੍ਹਦੇ ਹਾਂ। ਆਬਾਦੀ ਨੂੰ ਨਿਰੰਤਰ ਕਰਨ ਲਈ ਹੇਠ ਲਿਖਿਆਂ ਵਿੱਚੋਂ ਕਿਹੜੇ ਤਰੀਕੇ ਦੀ ਸਿਫਾਰਿਸ਼ ਕਰਨਾ ਇੱਕ ਅਧਿਆਪਕ ਦੇ ਤੌਰ 'ਤੇ ਅਨੈਤਿਕ ਹੈ? ਕੀ ਪੁੱਛਿਆ? ਅਨੈਤਿਕ। ਲੋਕਾਂ ਨੂੰ ਨਸਬੰਦੀ ਪ੍ਰਕਿਰਿਆ ਲਈ ਪ੍ਰੇਰਿਤ ਕਰਨਾ, ਗਰਭ ਨਿਰੋਧਕ ਸਾਧਨਾਂ ਦੀ ਵਰਤੋਂ ਕਰਨਾ, ਗਰਭਪਾਤ ਕਰਨ ਲਈ ਲੋਕਾਂ ਨੂੰ ਉਤਸ਼ਾਹ ਕਰਨਾ, ਆਬਾਦੀ ਕਾਨੂੰਨਾਂ ਬਾਰੇ ਜਾਗਰੂਕ ਫੈਲਾਉਣਾ। ਤਾਂ ਇਹਦਾ ਆਨਸਰ ਕੀ ਹੋਣਾ ਚਾਹੀਦਾ ਹੈ? ਇਹਦਾ ਆਨਸਰ ਹੋਣਾ ਚਾਹੀਦਾ ਗਰਭਪਾਤ ਕਰਨ ਲਈ ਲੋਕਾਂ ਨੂੰ ਉਤਸ਼ਾਹ ਕਰਨਾ। ਇਹ ਆਨਸਰ ਥੋੜ੍ਹਾ ਜਿਹਾ ਮੈਨੂੰ ਵੀ ਉਹ ਲੱਗਿਆ ਸੀ ਜਦੋਂ ਮੈਂ ਇਹ ਪੇਪਰ ਦਿੱਤਾ ਸੀ, ਪਰ ਕੀ ਕਰੀਏ, ਜੋ ਵੀ ਪੇਪਰ ਇਹ ਕੰਡਕਟ ਕਰਾਉਂਦੀ ਹੈ PSEB, ਤਾਂ ਉਹਨਾਂ ਦੇ ਮੁਤਾਬਿਕ ਇਹਦਾ ਆਨਸਰ ਸੀ ਹੀ ਦੱਸਿਆ ਗਿਆ ਸੀ। ਤਾਂ ਇੱਕ ਵਾਰੀ ਵੈਸੇ ਵੀ ਇਹਦਾ ਆਨਸਰ ਸੀ ਲਗਾ ਲਓ। ਚਲੋ ਠੀਕ ਹੈ, ਅਗਲਾ ਕੁਐਸਚਨ ਪੜ੍ਹਦੇ ਹਾਂ। ਸਾਡੇ ਦੇਸ਼ ਵਿੱਚ ਸਵੱਛ ਭਾਰਤ ਮੁਹਿੰਮ ਦੀ ਕੀ ਲੋੜ ਹੈ? ਤਾਂ ਮਤਲਬ ਕਿ 2015 ਦੇ ਵਿੱਚ ਸਵੱਛ ਭਾਰਤ ਮੁਹਿੰਮ ਆਈ ਸੀ ਨਾ, ਜਦੋਂ ਕਿ ਪਹਿਲੀ ਵਾਰ ਪ੍ਰਧਾਨ ਮੰਤਰੀ PM ਮੋਦੀ ਚੁਣੇ ਗਏ ਸੀ। ਤਾਂ ਉਹਨਾਂ ਨੇ ਕੀ ਕਰਿਆ ਸੀ? ਸਵੱਛ ਭਾਰਤ ਮੁਹਿੰਮ ਚਲਾਈ ਸੀ। ਤਾਂ ਉਹਦੇ ਬਾਰੇ 'ਚ ਦੱਸਿਆ ਗਿਆ ਕਿ ਭਾਰਤ ਵਿੱਚ ਖੁੱਲ੍ਹੇ ਵਿੱਚ ਸ਼ੌਚ ਕਰਨ ਦੀ ਸਮੱਸਿਆ ਨੂੰ ਖਤਮ ਕਰਨ ਲਈ, ਵਿਗਿਆਨਿਕ ਪ੍ਰਕਿਰਿਆ ਦੁਆਰਾ ਕੂੜੇ ਦੇ ਪ੍ਰਬੰਧਨ ਨੂੰ ਲਾਗੂ ਕਰਨ ਵਾਸਤੇ, ਸਿਰ 'ਤੇ ਮਨੁੱਖੀ ਮਲ ਢੋਣ ਦੀ ਲਾਹਨਤ ਤੋਂ ਛੁਟਕਾਰਾ ਪਾਉਣ ਲਈ ਜਾਂ ਉਪਰੋਕਤ ਸਾਰੇ। ਸਵੱਛ ਭਾਰਤ ਦੇ ਵਿੱਚ ਕੀ ਦੱਸਿਆ ਗਿਆ ਸੀ ਕਿ ਜਿਹੜਾ ਖੁੱਲ੍ਹੇ 'ਚ ਸ਼ੌਚ ਕੱਢਦੇ ਆ ਉਹਨੂੰ ਖਤਮ ਕਰਨਾ ਚਾਹੀਦਾ ਹੈ, ਔਰ ਜਿਹੜਾ ਕੂੜੇਦਾਨ ਦਾ ਕੀ ਹੈ, ਵਿਗਿਆਨਿਕ ਪ੍ਰਕਿਰਿਆ ਦੁਆਰਾ ਉਹਦਾ ਪ੍ਰਬੰਧਨ ਹੋਣਾ ਚਾਹੀਦਾ ਹੈ। ਔਰ ਜਿਹੜੇ ਕਿ ਵਿਚਾਰੇ ਜਿਹੜਾ ਢੋਅ ਮਤਲਬ ਕਿ ਮੋਢਿਆਂ 'ਤੇ ਮਨੁੱਖ ਢੋਂਦਾ ਹੈ, ਤਾਂ ਉਹਨਾਂ ਤੋਂ ਛੁਟਕਾਰਾ ਪਾਇਆ ਜਾਏ। ਤਾਂ ਇਹੀ ਸਵੱਛ ਭਾਰਤ ਦੀ ਮੁਹਿੰਮ ਸੀ। ਤਾਂ ਮਤਲਬ ਕਿ ਇਹਦਾ ਉਹਦਾ ਮੇਨ ਮਕਸਦ ਸੀ ਅਭਿਆਨ ਦਾ। ਤਾਂ ਇਹਦਾ ਆਨਸਰ ਕੀ ਆਏਗਾ? ਆਪਸ਼ਨ ਨੰਬਰ ਡੀ ਇਹਦਾ ਆਨਸਰ ਹੋਏਗਾ। ਚਲੋ ਅੱਗੇ ਪੜ੍ਹਦੇ ਹਾਂ। ਅਗਲਾ ਕੁਐਸਚਨ, ਵਾਤਾਵਰਨ ਅਤੇ ਮੁੜ ਵਸੇਵੇ ਦੀਆਂ ਚਿੰਤਾਵਾਂ ਦੇ ਕਾਰਨ ਨਾਮਵਰ ਸਮਾਜ ਸੇਵੀ ਮੇਘਾ ਪਾਟਕਰ ਨੇ ਗੁਜਰਾਤ ਵਿੱਚ ਨਰਮਦਾ ਬਚਾਓ ਅੰਦੋਲਨ NBA ਦੀ ਸ਼ੁਰੂਆਤ ਕੀਤੀ ਸੀ। ਕਿਹੜੇ ਡੈਮ ਪ੍ਰੋਜੈਕਟ ਦੇ ਵਿਰੁੱਧ ਇਹ ਨਰਮਦਾ ਬਚਾਓ ਅੰਦੋਲਨ NBA ਸ਼ੁਰੂ ਕੀਤਾ ਗਿਆ ਸੀ? ਕਿਹੜੇ? ਟੈਰੀ ਡੈਮ ਵਾਸਤੇ, ਸਰਦਾਰ ਸਰੋਵਰ ਡੈਮ ਵਾਸਤੇ, ਹੀਰਾਕੁੰਡ ਡੈਮ ਵਾਸਤੇ ਜਾਂ ਨਾਗਾਰਜੁਨ ਡੈਮ ਵਾਸਤੇ? ਤਾਂ ਕਿਹੜੇ ਵਾਸਤੇ ਕੀਤਾ ਗਿਆ ਸੀ? ਇਹ ਕੀਤਾ ਗਿਆ ਸੀ ਸਰਦਾਰ ਸਰੋਵਰ ਡੈਮ ਵਾਸਤੇ, ਜੋ ਕਿ ਹੈ ਗੁਜਰਾਤ ਨਰਮਦਾ ਨਦੀ 'ਤੇ ਬਣਿਆ ਹੋਇਆ ਹੈ। ਤਾਂ ਇੱਥੋਂ ਆਪਾਂ ਨੂੰ ਥੋੜ੍ਹਾ ਜਿਹਾ ਆਈਡੀਆ ਲੱਗਦਾ ਹੈ ਕਿ ਡੈਮ ਵਗੈਰਾ ਵਾਸਤੇ ਬਾਰੇ ਵੀ ਆਪਣੇ ਤੋਂ ਕੁਐਸਚਨ ਪੁੱਛਿਆ ਜਾ ਸਕਦਾ ਹੈ। ਤਾਂ ਅੱਗੇ ਪੜ੍ਹਦੇ ਕੁਐਸਚਨ, ਅਜੋਕੇ ਸਮੇਂ ਵਿੱਚ ਦਿੱਲੀ ਵਿੱਚ ਭਰੀ ਪ੍ਰਦੂਸ਼ਣ ਦੇ ਸੰਦਰਭ ਵਿੱਚ AQI ਦਾ ਨਿਰੰਤਰ ਜ਼ਿਕਰ ਹੈ। AQI ਪੂਰੀ ਫਾਰਮ ਦੱਸੋ। ਮਤਲਬ ਕਿ ਇਹਦਾ ਫੁੱਲ ਫਾਰਮ ਪੁੱਛਿਆ ਹੈਗਾ ਕਿ AQI ਦਾ ਫੁੱਲ ਫਾਰਮ ਕੀ ਹੈ? ਇਹਦਾ ਫੁੱਲ ਫਾਰਮ ਕੀ ਹੈ? ਵਾਯੂਮੰਡਲ ਕੁਆਲਿਟੀ ਇੰਡੈਕਸ, ਏਅਰ ਕੁਆਲਿਟੀ ਇੰਡੈਕਸ, ਏਅਰ ਕੁਆਲਿਟੀ ਇੰਡੈਕਸ ਜਾਂ ਏਅਰ ਕੁਆਲਿਟੀ ਇੰਸਟੀਟਿਊਟ। ਤਾਂ ਇਹਦਾ ਆਨਸਰ ਕੀ ਹੋਣਾ ਚਾਹੀਦਾ ਹੈ? ਏਅਰ ਕੁਆਲਿਟੀ ਇੰਡੈਕਸ। ਆਪਸ਼ਨ ਨੰਬਰ ਸੀ ਇਹਦਾ ਆਨਸਰ ਹੋਣਾ ਚਾਹੀਦਾ ਹੈ। ਚਲੋ ਅਗਲਾ ਕੁਐਸਚਨ ਪੜ੍ਹਦੇ ਹਾਂ ਆਪਾਂ।
अगला क्वेश्चन, भारतीय प्रधानमंत्री श्री नरेंद्र मोदी 26 ਸਤੰਬਰ 2018 ਨੂੰ ਯੂਨਾਈਟਿਡ ਨੇਸ਼ਨ ਦੇ ਸਰਵਉੱਚ ਵਾਤਾਵਰਣ सम्मान ਚੈਂਪੀਅਨਜ਼ ਦੀ ਅਰਥ ਐਵਾਰਡ ਦੇ ਸੰਯੁਕਤ ਜੇਤੂ ਸੀ। ਭਾਰਤੀ ਪ੍ਰਧਾਨ ਮੰਤਰੀ ਨੇ ਕਿਸ ਰਾਜਨੀਤਿਕ ਸ਼ਖਸੀਅਤ ਦੇ ਨਾਲ ਸੰਯੁਕਤ ਤੌਰ 'ਤੇ ਇਹ ਸਨਮਾਨ ਪ੍ਰਾਪਤ ਕੀਤਾ ਸੀ? ਕਦੋਂ ਪ੍ਰਾਪਤ ਕਿਸ ਦੇ ਸਨਮਾਨ ਸੰਯੁਕਤ ਪ੍ਰਾਪਤ ਕੀਤਾ ਸੀ? ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਦੇ, ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ, ਫਰਾਂਸ ਦੇ ਰਾਸ਼ਟਰਪਤੀ ਐਮੈਨੂਅਲ ਮੈਕਰੋਨ ਦੇ, ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ। ਤਾਂ ਇਹਨਾਂ 'ਚੋਂ ਕੁਐਸਚਨ ਦਾ ਆਨਸਰ ਕੀ ਹੋਣਾ ਚਾਹੀਦਾ ਹੈ? ਇਹਦਾ ਆਨਸਰ ਹੋਣਾ ਚਾਹੀਦਾ ਫਰਾਂਸ ਦੇ ਰਾਸ਼ਟਰਪਤੀ ਐਮੈਨੂਅਲ ਮੈਕਰੋਨ ਦੇ ਰੂਪ ਦੇ ਵਿੱਚ ਉਹਨਾਂ ਨੇ ਇਹ ਐਵਾਰਡ ਸਨਮਾਨ ਪ੍ਰਾਪਤ ਕੀਤਾ ਸੀ। ਅਗਲਾ ਕੁਐਸਚਨ ਪੜ੍ਹਦੇ ਹਾਂ, ਹੇਠ ਦਿੱਤੇ ਸਮੂਹਾਂ ਵਿੱਚੋਂ ਗ੍ਰੀਨ ਹਾਊਸ ਗੈਸਾਂ ਦੇ ਸਮੂਹ ਦੀ ਪਹਿਚਾਣ ਕਰੋ। ਤਾਂ ਮਤਲਬ ਕਿ ਆਪਾਂ ਨੂੰ ਗ੍ਰੀਨ ਹਾਊਸ ਗੈਸਾਂ ਬਾਰੇ ਪਤਾ ਹੋਣਾ ਚਾਹੀਦਾ ਹੈ। ਕਿਹੜੀ ਹੁੰਦੀ ਹੈ ਗ੍ਰੀਨ ਹਾਊਸ ਗੈਸਾਂ? ਵਾਟਰ ਵੈਪਰ, ਮੀਥੇਨ, ਆਰਗਨ, ਕਲੋਰੋਫਲੋਰੋਕਾਰਬਨ, ਜਾਂ ਆਪਸ਼ਨ ਬੀ ਕਾਰਬਨ ਡਾਈਆਕਸਾਈਡ, ਨਾਈਟ੍ਰੋਜਨ ਆਕਸਾਈਡ, ਨਾਈਟ੍ਰੋਜਨ ਜਾਂ ਕਲੋਰੋਫਲੋਰੋਕਾਰਬਨ। ਆਪਸ਼ਨ ਨੰਬਰ ਸੀ ਵਾਟਰ ਵੈਪਰ, ਮੀਥੇਨ, ਆਕਸੀਜਨ ਜਾਂ ਕਲੋਰੋਫਲੋਰੋਕਾਰਬਨ। ਜਾਂ ਆਪਸ਼ਨ ਨੰਬਰ 4 ਵਾਟਰ ਵੈਪਰ, ਮੀਥੇਨ, ਓਜ਼ੋਨ, ਨਾਈਟ੍ਰੇਟਸ ਆਕਸਾਈਡ। ਤਾਂ ਇਹਦੇ ਵਿੱਚ ਕਿਹੜਾ ਆਨਸਰ ਹੋਣਾ ਚਾਹੀਦਾ ਹੈ? ਤਾਂ ਗ੍ਰੀਨ ਹਾਊਸ ਗੈਸਿਸ ਕਿਹੜੀਆਂ ਹੁੰਦੀਆਂ? ਵਾਟਰ ਵੈਪਰ, ਮੀਥੇਨ, ਓਜ਼ੋਨ, ਨਾਈਟ੍ਰੇਟਸ ਔਰ ਆਕਸਾਈਡ। ਤਾਂ ਆਪਸ਼ਨ ਨੰਬਰ ਡੀ ਇਹਦਾ ਆਨਸਰ ਹੋਏਗਾ। ਚਲੋ ਅੱਗੇ ਪੜ੍ਹਦੇ ਹਾਂ ਆਪਾਂ ਕੁਐਸਚਨ ਨੰਬਰ ਅਗਲਾ ਕੁਐਸਚਨ ਪੜ੍ਹਦੇ ਹਾਂ, ਇਹਨਾਂ ਵਿੱਚੋਂ ਕਿਹੜੀਆਂ ਸਮੱਸਿਆਵਾਂ ਧੁਨੀ ਪ੍ਰਦੂਸ਼ਣ ਦੁਆਰਾ ਨਹੀਂ ਹੁੰਦੀਆਂ? ਦੇਖੋ ਫਿਰ ਨਹੀਂ ਸ਼ਬਦ ਆ ਗਿਆ ਨਾ, ਤਾਂ ਫਿਰ ਤੁਹਾਨੂੰ ਨਹੀਂ ਸ਼ਬਦ ਤੋਂ ਫਿਰ ਤੁਹਾਡੇ ਕੰਨ ਖੜੇ ਹੋ ਜਾਣੇ ਚਾਹੀਦੇ ਹਨ, ਤਾਂ ਤੁਹਾਨੂੰ ਆਨਸਰ ਬੜੀ ਹੀ ਆਸਾਨੀ ਨਾਲ ਮਿਲ ਜਾਏਗਾ। ਚਲੋ ਆਪਸ਼ਨ ਪੜ੍ਹਦੇ ਹਾਂ, ਡਾਇਰੀਆ ਜਾਂ ਦਸਤ, ਹਾਈ ਬਲੱਡ ਪ੍ਰੈਸ਼ਰ, ਬੋਲਾਪਨ ਜਾਂ ਜਲਨ। ਤਾਂ ਮਤਲਬ ਕਿ ਧੁਨੀ ਪ੍ਰਦੂਸ਼ਣ ਨਾਲ ਕੀ ਨਹੀਂ ਹੁੰਦਾ? ਤਾਂ ਫਿਰ ਇਹਦਾ ਕੀ ਆਨਸਰ ਹੋਣਾ ਚਾਹੀਦਾ ਹੈ? ਤਾਂ ਮਤਲਬ ਕੀ ਹੈ ਡਾਇਰੀਆ ਜਾਂ ਦਸਤ ਨਹੀਂ ਹੁੰਦੇ ਧੁਨੀ ਨਾਲ, ਪਰ ਹਾਈ ਬਲੱਡ ਪ੍ਰੈਸ਼ਰ ਵੀ ਹੋ ਜਾਂਦਾ ਹੈ, ਬੋਲਾਪਨ ਵੀ ਹੋ ਜਾਂਦਾ ਹੈ, ਜ਼ਿਆਦਾ ਆਵਾਜ਼ ਧੁਨੀ ਦੀ ਆਵਾਜ਼ ਜ਼ਿਆਦਾ ਆਪਾਂ ਨੇ ਕੰਨਾਂ ਨੂੰ ਕੀ ਹੋ ਜਾਂਦਾ ਹੈ, ਆਪਾਂ ਬੋਲੇ ਹੋ ਸਕਦੇ ਹਾਂ, ਜਲਨ ਵੀ ਹੋ ਜਾਂਦੀ ਹੈ ਕੰਨਾਂ ਦੇ ਵਿੱਚ। ਤਾਂ ਪਹਿਲੇ ਇਹਦਾ ਆਨਸਰ ਕੀ ਹੈ? ਕਿਉਂਕਿ ਇਹਦਾ ਆਨਸਰ ਨਹੀਂ ਦੇ ਵਿੱਚ ਦੇਣਾ ਸੀ, ਤਾਂ ਇਹਦਾ ਆਨਸਰ ਹੋਏਗਾ ਆਪਸ਼ਨ ਨੰਬਰ ਏ ਇਹਦਾ ਆਨਸਰ ਹੋਏਗਾ। ਚਲੋ ਅਗਲਾ ਕੁਐਸਚਨ ਪੜ੍ਹਦੇ ਹਾਂ, ਵਾਤਾਵਰਨ ਵਿਗਿਆਨ ਦੇ ਸੰਬੰਧ ਵਿੱਚ SPM ਦਾ ਪੂਰਾ ਰੂਪ ਹੈ। ਤਾਂ ਮਤਲਬ ਕਿ ਇਹਦਾ ਫੁੱਲ ਫਾਰਮ ਦੱਸਣਾ ਹੈ SPM ਦਾ। ਤਾਂ SPM ਦਾ ਪੂਰਾ ਫਾਰਮ ਕੀ ਹੈ? ਸਸਪੈਂਡ ਪਾਰਟੀਕਲ ਮੈਟਰ, ਸਸਪੈਂਡ ਪਾਰਟੀਕੂਲੇਟ ਮੈਟਰ, ਸਸਪੈਂਡ ਪੂਲੇਟਲੈਂਟ ਮੈਟਰ ਜਾਂ ਸਸਪੈਂਡਡ ਪਾਰਟਿਕਸ ਆਫ ਮੀਥੇਨ। ਤਾਂ ਇਹਦਾ ਫੁੱਲ ਫਾਰਮ ਕੀ ਹੋਏਗਾ? ਸਸਪੈਂਡ ਪਾਰਟੀਕੂਲੇਟ ਮੈਟਰ। ਇਹਦਾ ਆਪਸ਼ਨ ਨੰਬਰ ਬੀ ਇਹਦਾ ਆਨਸਰ ਹੋਏਗਾ। ਤਾਂ ਮਤਲਬ ਕਿ ਇੱਥੇ ਥੋੜ੍ਹਾ ਜਿਹਾ ਆਈਡੀਆ ਹੋ ਰਿਹਾ ਕਿ ਫੁੱਲ ਫਾਰਮ ਵੀ ਪੇਪਰ ਦੇ ਵਿੱਚ ਪੁੱਛੇ ਜਾ ਸਕਦੇ ਹਨ, ਤਾਂ ਆਪਾਂ ਨੂੰ ਫੁੱਲ ਫਾਰਮ ਵੀ ਪਤਾ ਹੋਣੇ ਚਾਹੀਦੇ ਹਨ। ਚਲੋ ਅਗਲਾ ਕੁਐਸਚਨ ਪੜ੍ਹਦੇ ਹਾਂ, ਮਨੁੱਖੀ ਟਿਸ਼ੂ ਅੰਗਾਂ ਜਾਂ ਤਰਲ ਪਦਾਰਥ, ਸਰੀਰ ਦੇ ਅੰਗ ਅਤੇ ਜਾਨਵਰਾਂ ਦੀ ਦੂਸ਼ਿਤ ਲਾਸ਼ ਕਿਸ ਦੇ ਉਦਾਹਰਣ ਹਨ? ਉਦਯੋਗਿਕ ਵੇਸਟ ਦੇ, ਜਾਂ ਰੇਡੀਓ ਐਕਟਿਵ ਵੇਸਟ ਦੇ, ਜਾਂ ਕੈਮੀਕਲ ਵੇਸਟ ਜਾਂ ਪੈਲੋਥੋਲੋਜੀਕਲ ਵੇਸਟ ਦੇ। ਤਾਂ ਇਹਦੇ ਆਨਸਰ ਕੀ ਹੋਣਾ ਚਾਹੀਦਾ ਹੈ? ਉਦਯੋਗਿਕ ਵੇਸਟ ਦੇ ਹੁੰਦੇ ਹਨ। ਜਿਹੜੇ ਮਨੁੱਖੀ ਟਿਸ਼ੂ ਅੰਗ ਜਾਂ ਤਰਲ ਪਦਾਰਥ ਹੁੰਦੇ ਹਨ, ਸਰੀਰਕ ਅੰਗ ਦੇ ਜਾਨਵਰਾਂ ਦੀ ਦੂਸ਼ਿਤ ਲਾਸ਼ ਕਿਸ ਦੇ ਉਦਾਹਰਣ ਹਨ? ਉਹ ਉਦਯੋਗਿਕ ਵੇਸਟ ਦਿੰਦੇ ਆ। ਆਪਸ਼ਨ ਨੰਬਰ 1 ਇਹਦਾ ਆਨਸਰ ਹੈ। ਅੱਗੇ ਪੜ੍ਹਦੇ ਹਾਂ ਆਪਾਂ ਕੁਐਸਚਨ, ਉਸ ਮਸ਼ਹੂਰ ਵਿਗਿਆਨੀ ਦਾ ਨਾਂ ਦੱਸੋ ਜਿਸ ਨੇ ਇਕੋਲੋਜੀ ਸ਼ਬਦ ਦੀ ਇਜਾਦ ਵਾਤਾਵਰਨ ਵਿਗਿਆਨ ਵਿਸ਼ੇ ਲਈ ਕੀਤੀ ਸੀ। ਕਿਹਨੇ ਕੀਤੀ ਸੀ? ਅਰਨਸਟ ਹੈਕਲ ਨੇ, ਚਾਰਲਸ ਡਾਰਵਿਨ ਨੇ, ਗੈਲਰੀ ਮੈਂਡੇਲ ਨੇ, ਐਲਬਰਟ ਆਈਨਸਟਾਈਨ ਨੇ। ਤਾਂ ਕਿਹਨੇ ਕਰੀ ਸੀ? ਇਹਨੇ ਕਰੀ ਸੀ ਅਰਸਟਲ ਹੈਕਲ ਨੇ ਕਰੀ ਸੀ। ਆਪਸ਼ਨ ਨੰਬਰ ਏ ਇਹਦਾ ਠੀਕ ਹੈ। ਚਲੋ ਅਗਲਾ ਕੁਐਸਚਨ ਪੜ੍ਹਦੇ ਹਾਂ, ਪਿਛਲੇ ਕੁਝ ਦਹਾਕਿਆਂ ਤੋਂ ਧਰਤੀ ਦੇ ਜਲਵਾਯੂ ਵਿੱਚ ਆ ਰਹੇ ਬੜੇ ਬਦਲਾਵ ਦਾ ਕੀ ਕਾਰਨ ਹੈ? ਕੀ ਕਾਰਨ ਹੈ?
ਅਲ ਨੀਨੋ ਦਾ ਪ੍ਰਭਾਵ ਐਸਿਡ ਵਰਖਾ ਦਾ ਜਾਂ ਗਲੋਬਲ ਵਾਰਮਿੰਗ ਦਾ ਜਾਂ ਕੁਦਰਤੀ ਆਫਤਾਂ ਦਾ। ਤਾਂ ਮਤਲਬ ਕਿ ਇਹਦਾ ਆਨਸਰ ਕੀ ਹੋਣਾ ਚਾਹੀਦਾ ਹੈ? ਇਹਦਾ ਆਨਸਰ ਹੋਣਾ ਚਾਹੀਦਾ ਹੈ ਕਿ ਆਪਣੀ ਜਿਹੜੀ ਗਲੋਬਲ ਵਾਰਮਿੰਗ ਬਹੁਤ ਜ਼ਿਆਦਾ ਵੱਧ ਰਹੀ ਹੈ, ਜਿਸ ਨਾਲ ਆਪਣੀ ਕੀ ਹੈ ਜਲਵਾਯੂ 'ਤੇ ਬਹੁਤ ਜ਼ਿਆਦਾ ਪ੍ਰਭਾਵ ਪੈ ਰਿਹਾ ਹੈ। ਮਤਲਬ ਕਿ ਗਲੋਬਲ ਵਾਰਮਿੰਗ ਨਾਲ ਕੀ ਹੁੰਦਾ ਹੈ ਕਿ ਬਹੁਤ ਜ਼ਿਆਦਾ ਗਰਮੀ ਦੇ ਟਾਈਮ 'ਤੇ ਬਹੁਤ ਜ਼ਿਆਦਾ ਗਰਮੀ ਪੈਂਦੀ ਹੈ, ਔਰ ਜਦੋਂ ਬਹੁਤ ਸਰਦੀ ਪੈਂਦੀ ਹੈ ਤਾਂ ਬਹੁਤ ਜ਼ਿਆਦਾ ਸਰਦੀ ਪੈਂਦੀ ਹੈ। ਇਹ ਸਾਰਾ ਕੁਛ ਗਲੋਬਲ ਵਾਰਮਿੰਗ ਦੇ ਕਾਰਨ ਹੀ ਹੁੰਦਾ ਹੈ। ਇਹਦਾ ਆਨਸਰ ਹੋਏਗਾ ਆਪਸ਼ਨ ਨੰਬਰ ਸੀ। ਠੀਕ ਹੈ, ਅਗਲਾ ਪੜ੍ਹਦੇ ਹਾਂ। ਇਹਨਾਂ ਵਿੱਚੋਂ ਕਿਹੜਾ ਗਲੋਬਲ ਵਾਰਮਿੰਗ ਦਾ ਪ੍ਰਭਾਵ ਨਹੀਂ ਹੈ? ਦੇਖੋ ਹੁਣ ਫਿਰ ਨਹੀਂ ਸ਼ਬਦ ਆ ਗਿਆ ਤਾਂ ਤੁਹਾਨੂੰ ਬਹੁਤ ਹੀ ਕੁਐਸਚਨ ਨੂੰ ਧਿਆਨ ਨਾਲ ਪੜ੍ਹਨਾ ਹੈ ਔਰ ਆਨਸਰ ਇਹਦੇ ਆਪਸ਼ਨ ਪੜ੍ਹਨੇ ਔਰ ਬਹੁਤ ਹੀ ਧਿਆਨ ਨਾਲ ਇਹਦਾ ਆਨਸਰ ਦੇਣਾ ਹੈ। ਚਲੋ ਪਹਿਲਾ ਆਪਸ਼ਨ ਪੜ੍ਹਦੇ ਹਾਂ। ਸਮੁੰਦਰ ਵਿਚਾਲੇ ਪਾਣੀ ਦਾ ਪੱਧਰ ਉੱਚਾ ਹੋਵੇਗਾ, ਗਲੇਸ਼ੀਅਰ ਅਤੇ ਧਰੂਆਂ 'ਤੇ ਬਰਫ਼ ਪਿਘਲ ਜਾਵੇਗੀ, ਕੁਝ ਪੌਦੇ ਅਤੇ ਜਾਨਵਰ ਗਰਮੀ ਦੇ ਕਾਰਨ ਮਰ ਜਾਣਗੇ, ਗਰਮੀਆਂ ਜ਼ਿਆਦਾ ਠੰਡੀਆਂ ਅਤੇ ਸਰਦੀਆਂ ਜ਼ਿਆਦਾ ਗਰਮ ਹੋ ਜਾਣਗੀਆਂ। ਤਾਂ ਕੀ ਹੋਊਗਾ? ਕੀ ਪ੍ਰਭਾਵ ਨਹੀਂ ਹੋਊਗਾ? ਤਾਂ ਦੇਖੋ ਗਰਮੀਆਂ ਜ਼ਿਆਦਾ ਠੰਡੀਆਂ ਅਤੇ ਸਰਦੀਆਂ ਜ਼ਿਆਦਾ ਗਰਮ ਹੋ ਜਾਣਗੀਆਂ। ਤਾਂ ਆਹ ਦੇਖੋ ਇਹ ਕੋਈ ਮਤਲਬ ਜਿਹਾ ਨਹੀਂ ਬਣਦਾ ਨਾ, ਤਾਂ ਇਹਦਾ ਆਨਸਰ ਕੀ ਹੋਏਗਾ? ਆਪਸ਼ਨ ਨੰਬਰ ਡੀ। ਦੇਖੋ ਸਮੁੰਦਰ ਦਾ ਪਾਣੀ ਦਾ ਜਿਹੜਾ ਪੱਧਰ ਉਹ ਬਹੁਤ ਉੱਚਾ ਹੋ ਜਾਊਗਾ ਗਲੋਬਲ ਵਾਰਮਿੰਗ ਨਾਲ, ਗਲੇਸ਼ੀਅਰ ਅਤੇ ਧਰੂਆਂ ਦੀਆਂ ਬਰਫ਼ਾਂ ਵੀ ਪਿਘਲਣੀਆਂ ਸ਼ੁਰੂ ਹੋ ਜਾਂਦੀਆਂ। ਹੁਣ ਪਿੱਛੇ ਜੇ ਕੁਛ ਹੋਇਆ ਸੀ ਨਾ, ਜਦੋਂ ਬਹੁਤ ਵੱਡਾ ਗਲੇਸ਼ੀਅਰ ਟੁੱਟ ਗਿਆ ਸੀ ਤਾਂ ਕਿੰਨਾ ਪਾਣੀ ਫੈਲ ਗਿਆ ਸੀ। ਕਿਉਂ? ਇਹ ਸਾਰਾ ਕੁਛ ਗਲੋਬਲ ਵਾਰਮਿੰਗ ਨਾਲ ਹੀ ਹੋਇਆ ਹੈ। ਨਹੀਂ ਤਾਂ ਉਹ ਅੱਜ ਤੋਂ ਵੀ 200 ਸਾਲ ਟੁੱਟਣਾ ਨਹੀਂ ਸੀ, ਪਰ ਇਹ ਗਲੋਬਲ ਵਾਰਮਿੰਗ ਕਰਕੇ ਹੀ ਹੋ ਰਿਹਾ ਹੈ। ਪਰ ਕੁਝ ਜਿਹੜੇ ਕਿ ਜੇ ਜ਼ਿਆਦਾ ਹੋਰ ਵੀ ਜ਼ਿਆਦਾ ਗਲੋਬਲ ਵਾਰਮਿੰਗ ਵਧੀ ਤਾਂ ਕੀ ਪੌਦੇ ਅਤੇ ਜਾਨਵਰ ਗਰਮੀ ਦੇ ਕਾਰਨ ਹੀ ਮਰ ਜਾਣਗੇ। ਇਸ ਗਲੋਬਲ ਵਾਰਮਿੰਗ ਨਾਲ ਤਾਂ ਹੁਣ ਇਨਸਾਨ ਵੀ ਬਹੁਤ ਜ਼ਿਆਦਾ ਮਰਦੇ ਹੈ, ਪਰ ਜੇ ਹੋਰ ਵੀ ਜ਼ਿਆਦਾ ਹੋਇਆ ਤਾਂ ਆਪਣੀ ਇਸ ਧਰਤੀ ਦਾ ਪਤਾ ਨਹੀਂ ਕੀ ਬਣੇਗਾ। ਚਲੋ ਅੱਗੇ ਆਪਾਂ ਕੁਐਸਚਨ ਪੜ੍ਹਦੇ ਹਾਂ। ਅੱਗੇ ਆ ਗਿਆ, ਹੇਠ ਦਿੱਤੀਆਂ ਦਾ ਮਿਲਾਨ ਕਰਨਾ ਹੈ। ਵਪਾਰਕ ਹਵਾਵਾਂ, ਨੰਬਰ 2 ਲੂ, ਮੌਨਸੂਨ ਜਾਂ ਹਵਾ ਦੀ ਛਿਤਿਜ ਲਹਿਰ। ਤਾਂ ਇੱਧਰ ਲਿਖਿਆ ਸਥਾਨਕ ਹਵਾਵਾਂ, ਸਥਾਈ ਹਵਾਵਾਂ, ਮੌਸਮੀ ਹਵਾਵਾਂ ਜਾਂ ਹਵਾਵਾਂ। ਹੁਣ ਇਹ ਦੱਸਣਾ ਹੈਗਾ ਕਿ ਕਿਹੜੀ ਹਵਾਵਾਂ ਕਿਹੜੇ ਮੌਸਮ 'ਚ ਹੁੰਦੀਆਂ ਜਾਂ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ। ਤਾਂ ਇਹਦਾ ਆਨਸਰ ਕੀ ਹੋਏਗਾ? ਵਪਾਰਕ ਹਵਾਵਾਂ ਕਿਹੜੀਆਂ ਹੁੰਦੀਆਂ? ਵਪਾਰਕ ਹਵਾਵਾਂ ਕੀ ਹੁੰਦੀਆਂ ਹਨ? ਉਹਨਾਂ ਨੂੰ ਸਥਾਈ ਹਵਾਵਾਂ ਵੀ ਕਿਹਾ ਜਾਂਦਾ। ਆਪਸ਼ਨ ਨੰਬਰ ਬੀ। ਲੂ ਕੀ ਹੁੰਦੀਆਂ ਹਨ? ਲੂ ਹੁੰਦੀਆਂ ਉਹ ਹੁੰਦੀਆਂ ਸਥਾਨਕ ਹਵਾਵਾਂ। ਉਹ ਕੀ ਹੁੰਦੀਆਂ? ਸਥਾਨਕ ਹਵਾਵਾਂ। ਤਾਂ ਅੱਗੇ ਕੀ ਆ ਗਿਆ? ਮੌਨਸੂਨ ਨੂੰ ਕੀ ਕਿਹਾ ਜਾਂਦਾ ਹੈ? ਮੌਨਸੂਨ ਨੂੰ ਕਿਹਾ ਜਾਂਦਾ ਮੌਸਮੀ ਹਵਾਵਾਂ। ਔਰ ਜਿਹੜੀ ਹਵਾ ਦੀ ਸਥਿਤੀ 'ਚ ਲਹਿਰ ਹੁੰਦੀ ਆ ਉਹਨਾਂ ਨੂੰ ਕਿਹਾ ਜਾਂਦਾ ਹਵਾਵਾਂ। ਤਾਂ ਇਹਦੇ ਮੁਤਾਬਿਕ ਕਿਹੜਾ ਆਨਸਰ ਹੋਣਾ ਚਾਹੀਦਾ ਹੈ? ਆਪਸ਼ਨ ਨੰਬਰ ਬੀ ਇਹਦਾ ਆਨਸਰ ਹੋਣਾ ਚਾਹੀਦਾ ਹੈ। ਚਲੋ ਅੱਗੇ ਕਰਦੇ ਹਾਂ। ਕੁਐਸਚਨ ਨੰਬਰ ਅੱਗੇ ਕਰਦੇ ਹਾਂ। ਸੰਯੁਕਤ ਰਾਸ਼ਟਰ ਦੀ ਇੱਕ ਏਜੰਸੀ ਨੂੰ ਸਥਿਰ ਵਿਕਾਸ ਲਈ ਸੰਯੁਕਤ ਰਾਸ਼ਟਰ ਦੇ ਦਹਾਕੇ ਦੀ ਸੰਖਿਆ 2005 ਤੋਂ 2014 ਪ੍ਰੋਗਰਾਮ ਨੂੰ ਨੇਪਰੇ ਚੜ੍ਹਾਉਣ ਅਤੇ ਸੰਯੁਕਤ ਰਾਸ਼ਟਰ ਦੀਆਂ ਵੱਖ-ਵੱਖ ਏਜੰਸੀਆਂ ਨਾਲ ਤਾਲਮੇਲ ਬਣਾਉਣ ਦੀ ਜ਼ਿੰਮੇਦਾਰੀ ਸੌਂਪੀ ਗਈ ਸੀ। ਕਿਸ ਨੂੰ ਸੌਂਪੀ ਗਈ ਸੀ? ਵਿਸ਼ਵ ਸਿਹਤ ਸੰਗਠਨ, ਜਿਹਨੂੰ ਆਪਾਂ WHO ਵਰਲਡ ਹੈਲਥ ਆਰਗੇਨਾਈਜੇਸ਼ਨ ਕਹਿੰਦੇ ਹਾਂ, ਯੂਨੈਸਕੋ, ਯੂਨੀਸੈਫ, ILO। ਤਾਂ ਕਿਹਨੂੰ ਸੌਂਪੀ ਗਈ ਸੀ? ਤਾਂ ਇਹ ਯੂਨੈਸਕੋ ਨੂੰ ਸੌਂਪੀ ਗਈ ਸੀ। ਆਪਸ਼ਨ ਨੰਬਰ ਬੀ। ਅੱਗੇ ਆ ਗਿਆ, ਹੇਠ ਲਿਖਿਆਂ ਵਿੱਚੋਂ ਕਿਹੜੀ ਬਿਮਾਰੀ ਦੂਸ਼ਿਤ ਪਾਣੀ ਨਾਲ ਹੁੰਦੀ ਹੈ? ਤਾਂ ਕਿਹੜੀ ਬਿਮਾਰੀ ਦੂਸ਼ਿਤ ਪਾਣੀ ਨਾਲ ਹੁੰਦੀ ਹੈ? ਪੋਲੀਓ, ਦਮਾ, TB ਜਾਂ ਹੈਜਾ। ਕਿਹੜੀ ਬਿਮਾਰੀ ਹੁੰਦੀ ਹੈ? ਤਾਂ ਦੂਸ਼ਿਤ ਪਾਣੀ ਨਾਲ ਬਿਮਾਰੀ ਹੁੰਦੀ ਹੈ ਹੈਜਾ। ਠੀਕ ਹੈ, ਚਲੋ ਅਗਲਾ ਕੁਐਸਚਨ ਪੜ੍ਹਦੇ ਹਾਂ। ਉੱਚ ਜੈਵਿਕ ਆਕਸੀਜਨ ਦੀ ਮੰਗ BDO ਕੀ ਦਰਸਾਉਂਦੀ ਹੈ? ਸੂਖਮ ਪ੍ਰਦੂਸ਼ਣ ਦਾ ਉੱਚ ਪੱਧਰ, ਸੂਖਮ ਪ੍ਰਦੂਸ਼ਣ ਦਾ ਘੱਟ ਪੱਧਰ, ਸੂਖਮ ਪ੍ਰਦੂਸ਼ਣ ਦੀ ਮੌਜੂਦਗੀ ਜਾਂ ਪਾਣੀ ਬਿਲਕੁਲ ਸ਼ੁੱਧ ਹੈ। ਤਾਂ ਕੀ ਦਰਸਾਉਂਦੀ ਹੈ? ਤਾਂ ਇਹ ਦਰਸਾਉਂਦੀ ਹੈ ਸੂਖਮ ਪ੍ਰਦੂਸ਼ਣ ਦਾ ਉੱਚ ਪੱਧਰ। ਤਾਂ ਆਪਸ਼ਨ ਨੰਬਰ ਏ ਇਹਦਾ ਆਨਸਰ ਹੋਏਗਾ। ਅੱਗੇ ਪੜ੍ਹਦੇ ਹਾਂ। ਵਾਤਾਵਰਨ ਅਤੇ ਜੰਗਲਾਤ ਮੰਤਰਾਲੇ ਨੇ ਭਾਰਤ ਦਾ ਪਹਿਲਾ ਸਮੁੰਦਰੀ ਵਾਤਾਵਰਨ ਸੰਵੇਦਨਸ਼ੀਲ ਜ਼ੋਨ ਕਿਸ ਨੂੰ ਘੋਸ਼ਿਤ ਕੀਤਾ ਸੀ? ਕਿਹਨੂੰ ਕੀਤਾ ਸੀ? ਕੱਛ ਦੀ ਖਾੜੀ ਨੂੰ, ਪਾਲਕ ਸਟ੍ਰੇਟ ਨੂੰ, ਖੰਬਤ ਦੀ ਖਾੜੀ ਨੂੰ ਜਾਂ ਮੀਨਾਰ ਦੀ ਖਾੜੀ ਨੂੰ। ਕਿਹਨੂੰ ਕੀਤਾ ਗਿਆ ਸੀ? ਕੱਛ ਦੀ ਖਾੜੀ ਨੂੰ।
ठीक है, चलो अगे पढ़ते हैं आप क्वेश्चन नंबर चलो अगे पढ़ते हैं क्वेश्चन नंबर वातावरण संबंधी मुद्दों नाल जुड़े केसां दे जल्दी निपटारे लई किस संविधानिक संस्था की स्थापना 2010 विच कीती गई सी? किहड़ी संस्था की स्थापना की गई सी? केंद्रीय प्रदूषण कंट्रोल बोर्ड की, ग्रीन प्रीस इंडिया की, नैशनल ग्रीन ट्यूब ट्रिब्यूनल की, इंडिया इंस्टीट्यूट ऑफ इकोनोलॉजी एंड एनवायरनमेंट की। तां किहदी कीती गई सी? किहदी कीती गई सी? नैशनल ग्रीन ट्रिब्यूनल की स्थापना की गई सी 2010 ਦੇ ਵਿੱਚ। ਹੇਠ ਵਿੱਚੋਂ ਕਿਹੜਾ ਗ੍ਰਹਿ ਧਰਤੀ ਗ੍ਰਹਿ ਦੀ ਉਦਾਹਰਣ ਨਹੀਂ ਹੈ? ਤਾਂ ਮਤਲਬ ਕਿ ਉਦਾਹਰਣ ਦੱਸਣੀ ਹੈ ਵੀ ਜਿਹੜੀ ਨਹੀਂ ਹੈ। ਹੁਣ ਦੇਖੋ ਫਿਰ ਨਹੀਂ ਸ਼ਬਦ ਆ ਗਿਆ ਨਾ, ਤਾਂ ਇਹਦਾ ਆਨਸਰ ਬਹੁਤ ਹੀ ਧਿਆਨ ਨਾਲ ਦੇਣਾ ਹੈਗਾ। ਬੁੱਧ, ਧਰਤੀ, बुध, ऑप्शन नंबर बी शुक्र, या ऑप्शन नंबर सी धरती, और ऑप्शन नंबर डी जुपिटर। देखो ग्रह धरती ग्रह की उदाहरण आ, मतलब कि जोड़े धरती के नाल जोड़े ग्रह लगते हैं किहड़े किहड़े लगते हैं? बुध भी लगता है, शुक्र भी लगता है, ठीक है। धरती तो धरती है, फिर मतलब कि जुपिटर है वो की है नहीं लगता। अगे आ गया क्वेश्चन नंबर, चलो आगे पढ़ते क्वेश्चन। विश्व ओजोन दिवस हर साल दुनिया भर में 16 सितंबर को क्यों मनाया जाता है? क्यों मनाया जाता है विश्व ओजोन दिवस? क्यों मनाया जाता है? मॉन्ट्रियल प्रोटोकॉल ते 16 सितंबर को हस्ताक्षर किए गए सन, या क्योटो प्रोटोकॉल ते 16 सितंबर को हस्ताक्षर किए गए सन, या ओजोन परत की खोज विज्ञानिक द्वारा 16 सितंबर को की गई सी, या ओजोन छेक की खोज विज्ञानिक द्वारा 16 सितंबर को की गई सी। तो किहड़ा आंसर होना चाहिए? तो यदा आंसर होना चाहिए मॉन्ट्रियल प्रोटोकॉल ते 16 सितंबर को हस्ताक्षर किए गए, इसलिए हर 16 सितंबर को ओजोन दिवस बनाया जाता है। चलो अगे पढ़ते हैं। हेठ दित्तियां दा मिलान करो, फिर मिलान वाला क्वेश्चन है। तो मतलब कि इत्थों तुहानूं थोड़ा आइडिया हो जाएगा कि मिलान तो भी क्वेश्चन पूछे जाते हैं पेपर दे विच। बायोस्फीयर, हाइड्रोस्फीयर, वातावरण या लिसोस्फीयर। हुण इधर देखो धरती दे दुआले हवा दा कंबल, पानी दी डोमेन, ठोस छाले या धरती की सख्त चोटी, जीव अते उन्हां दे दुआले आले दुआले दे संबंध। तो हुण देखो बायोस्फीयर की हुंदा है? ਤਾਂ ਬਾਇਓਸਫੀਅਰ ਹੁੰਦਾ ਜੀਵ ਅਤੇ ਉਹਨਾਂ ਦੇ ਆਲੇ ਦੁਆਲੇ ਦੇ ਸੰਬੰਧ ਬਾਰੇ ਦੱਸਦਾ ਹੈ ਬਾਇਓਸਫੀਅਰ। ਫਿਰ ਆ ਗਿਆ ਇਹਦਾ ਆ ਗਿਆ ਡੀ। ਫਿਰ ਆ ਗਿਆ ਹਾਈਡਰੋਸਫੀਅਰ। ਹਾਈਡਰੋਸਫੀਅਰ ਦਾ ਕੀ ਆਊਗਾ? ਹਾਈਡਰੋਸਫੀਅਰ ਕੀ ਹੁੰਦਾ ਹੈ? ਪਾਣੀ ਦੀ ਡੋਮੇਨ ਹੁੰਦਾ ਹੈ, ਆਪਸ਼ਨ ਨੰਬਰ ਬੀ। ਅੱਗੇ ਆ ਗਿਆ ਇਨਵਾਇਰਮੈਂਟ। ਇਨਵਾਇਰਮੈਂਟ ਕੀ ਹੁੰਦਾ ਹੈ? ਧਰਤੀ ਦੇ ਆਲੇ ਦੁਆਲੇ ਹਵਾ ਦਾ ਕੰਬਲ, ਉਹਨੂੰ ਕਹਿੰਦੇ ਆ इन्वायरमेंट। अगे आ गया लिथोस्फीयर। लिथोस्फीयर की होंदा है? ठोस छाले या धरती की सख्त चोटी, उन्होंने कहते हैं लिथोस्फीयर। तो ये मुताबिक आंसर की होना चाहिए है? ये मुताबिक आंसर होना चाहिए ऑप्शन नंबर ए, इसका आंसर होना चाहिए है। चलो अगे पढ़ते हैं। अगे क्वेश्चन, अखां दान करन दी प्रक्रिया के दौरान अख के किहड़े हिस्से नूं अख प्राप्त करने वाले विच स्थानांतरित किया जाता है? किहनूं किया जाता है? जदों किसी नूं दान करनी हुंदी है तो लेंज, रेटिना या कॉर्निया या उपरोक्त सारे। तो किहड़ा अख दा अंग दान किया जाता है? तो कॉर्निया नूं दान किया जा सकता है। अगे पढ़ते हैं। मौजूदा समय दुनिया का सब तो वड्डा कार्बन डाई गैस निकास करने वाला देश केड़ा है? केड़ा है? चीन, अमरीका, रूस या जापान? केड़ा देश है? चाइना। तो मतलब कि ऑप्शन नंबर 1 सही है। अगे पढ़ते हैं। बेंजामिन ब्लूम ने ज्ञान के उद्देश्यों नूं कितनियां श्रेणियां विच वंडिया है? 8 श्रेणियां विच, 6 श्रेणियां विच, 7 श्रेणियां विच या 5 श्रेणियां विच? कितनियां श्रेणियां विच वंडिया उन्होंने?
ਬੈਂਜਾਮਿਨ ਬਲੂਮ ਨੇ 6 ਸ਼੍ਰੇਣੀਆਂ ਦੇ ਵਿੱਚ ਵੰਡਿਆ ਹੈ। ਤਾਂ ਆਪਸ਼ਨ ਨੰਬਰ ਬੀ ਇਹਦਾ ਆਨਸਰ ਹੋਏਗਾ। ਦੇਖੋ ਹੁਣ ਆਪਾਂ ਨੂੰ ਕਿੰਨਾ ਉਹ ਹੋ ਗਿਆ ਵੀ 30 ਕੁਐਸਚਨ ਕਰਨ ਨਾਲ ਆਪਾਂ ਨੂੰ ਥੋੜ੍ਹਾ ਆਈਡੀਆ ਹੋ ਗਿਆ ਕਿ ਮਿਲਾਨ ਵਾਲੇ ਕੁਐਸਚਨ ਵੀ ਪੁੱਛੇ ਜਾਂਦੇ ਹਨ। ਕੁਛ ਆਪਣੇ ਹੋਰ ਵੀ ਮਤਲਬ ਕਿ ਜਿਹੜੇ ਆਪਣੇ ਸਵੱਛ ਭਾਰਤ ਬਾਰੇ ਦੱਸਿਆ ਸੀ ਉਹਦੇ ਬਾਰੇ ਪੁੱਛਿਆ ਜਾਂਦਾ ਹੈ। ਸਾਇੰਸ ਦੇ ਵੀ ਕੁਛ ਕੁਐਸਚਨ ਪੁੱਛੇ ਜਾਂਦੇ ਹਨ। ਇਸ ਤਰ੍ਹਾਂ ਹੀ ਕਾਫੀ ਕੁਐਸਚਨ ਪੁੱਛੇ ਜਾਂਦੇ, ਡੈਮ ਡੂਮ ਬਾਰੇ ਵੀ ਪੁੱਛੇ ਜਾਂਦੇ ਹਨ। ਤਾਂ ਆਪਣੀ ਗ੍ਰੀਨ ਹਾਊਸ ਬਾਰੇ ਵੀ ਪੁੱਛੇ ਜਾਂਦੇ ਹਨ। ਦੇਖੋ ਕਿੰਨੇ ਸਾਰੇ ਟੋਪਿਕ ਤੋਂ ਪੁੱਛੇ ਜਾਂਦੇ ਅਲੱਗ ਅਲੱਗ ਨਾਲ ਹੀ। ਤਾਂ ਇਸ ਤੋਂ ਆਪਾਂ ਨੂੰ ਥੋੜ੍ਹਾ ਆਈਡੀਆ ਹੋ ਜਾਊਗਾ ਕਿ ਪੇਪਰ ਦੇ ਕਾਫੀ ਅੱਛਾ ਪੇਪਰ ਪਾਇਆ ਜਾਂਦਾ ਹੈ। ਤਾਂ ਇਸ ਲਈ ਆਪਾਂ ਨੂੰ ਇਹਨਾਂ ਬਾਰੇ ਪੂਰੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ। ਚਲੋ ਅੱਜ ਦੀ ਵੀਡੀਓ ਨੂੰ ਖ਼ਤਮ ਕਰਦੇ ਹੋਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।